ਅੱਜ ਅਸੀਂ ਇੱਕ ਹੋਰ ਉਸ ਨੌਜਵਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਨੇ ਕਰ ਦਿਖਾਇਆ ਕਿ ਚਾਹੇ ਤੁਹਾਡੀ ਅੱਖਾਂ ਦੀ ਰੋਸ਼ਨੀ ਚਲੀ ਵੀ ਜਾਵੇ ਤੇ ਜੇ ਤੁਹਾਡੇ 'ਚ ਹਿੰਮਤ ਲੱਗਣ ਮਿਹਨਤ ਹੈ ਤਾਂ ਤੁਸੀਂ ਕੋਈ ਵੀ ਮੁਕਾਮ ਹਾਸਲ ਕਰ ਸਕਦੇ ਹੋ। ਦਿੱਲੀ ਦੇ ਰਹਿਣ ਵਾਲੇ ਸਮਿਕ ਜੈਨ ਦੀ ਹੈ, ਜਿਹੜੇ ਅੱਖਾਂ ਦੀ ਰੋਸ਼ਨੀ ਜਿਨ੍ਹਾਂ ਦੀ ਨਹੀਂ ਸੀ, ਲੇਕਿਨ ਉਹਨਾਂ ਨੇ ਹਿੰਦੁਸਤਾਨ ਦੀ ਸਭ ਤੋਂ ਮਾਣਮੱਤੀ ਤੇ ਬਿਹਤਰੀਨ ਸਰਵਿਸ ਮੰਨੀ ਜਾਂਦੀ UPSC ਪਾਸ ਕਰਕੇ IAS ਦੇ ਰੈਂਕ ਵਿੱਚ 7ਵਾਂ ਹਾਸਲ ਸਥਾਨ ਕਰਕੇ ਉਹ ਦੇਸ਼ ਦਾ ਉਹ ਨੌਜਵਾਨ ਬਣਿਆ ਜਿਹੜਾ ਸਾਰਿਆਂ ਵਾਸਤੇ ਮਿਸਾਲ ਬਣ ਗਿਆ। ਇਸ ਸਮੇਂ ਉਹ ਟ੍ਰੇਨਿੰਗ ਤੇ ਨੇ, ਲੇਕਿਨ ਉਹਨਾਂ ਦੀ ਜਿਹੜੀ ਕਹਾਣੀ ਆ ਸਮਿਕ ਜੈਨ ਦੀ, ਇਹ ਬੜੀ ਪ੍ਰੇਰਨਾਦਾਇਕ ਆ, ਪ੍ਰੇਰਨਾ ਸਰੋਤ ਆ। ਔਰ ਇਸ ਤੋਂ ਬਾਅਦ ਬਹੁਤ ਸਾਰੇ ਉਹਨਾਂ ਲੋਕਾਂ ਦੇ ਵਿੱਚ ਹੌਸਲਾ ਵਧੇਗਾ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਪਰ ਹਰ ਵਾਰ ਕਸੂਰ ਕਿਸਮਤ ਤੇ ਸੁੱਟ ਦਿੰਦੇ ਨੇ। ਸਮਿਕ ਜੈਨ ਨੇ ਜਿਹੜਾ 2021 ਦੇ ਵਿੱਚ ਜਿਹੜਾ ਉਹਨਾਂ ਨੇ UPSC ਦੀ ਤਿਆਰੀ ਕੀਤੀ ਸੀ, ਉਹ ਜਿਹੜਾ ਉਹਨਾਂ ਦਾ ਰੈਂਕ ਆਇਆ ਉਹ 7ਵਾਂ ਸੀ। ਮਤਲਬ ਦੇਸ਼ ਦੇ ਜਿਹੜੇ ਪਹਿਲੇ ਟੌਪ 10 ਆਫੀਸਰ ਨੇ ਉਹਨਾਂ 'ਚੋਂ ਇਸ ਬੈਚ ਦੇ ਵਿੱਚ ਸਮਿਕ ਜੈਨ ਨੇ। ਸਮਿਕ ਜੈਨ ਦਿੱਲੀ ਦੇ ਰਹਿਣ ਵਾਲੇ ਨੇ ਔਰ ਉਹਨਾਂ ਦਾ ਜਨਮ ਵੀ, ਪੜ੍ਹਾਈ ਵੀ, ਪਾਲਣ ਪੋਸ਼ਣ ਦਿੱਲੀ ਵਿੱਚ ਹੀ ਹੋਇਆ। 18 ਸਾਲ ਦੀ ਉਮਰ ਦੇ ਵਿੱਚ ਅਜਿਹੀ ਬਿਮਾਰੀ ਨੇ ਉਹਨਾਂ ਨੂੰ ਘੇਰ ਲਿਆ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਔਰ 21 ਸਾਲ ਦੀ ਉਮਰ ਵਿੱਚ ਉਸ ਬਿਮਾਰੀ ਨੇ ਅਜਿਹਾ ਅਸਰ ਕੀਤਾ ਕਿ ਉਹਨਾਂ ਦੀ ਲਿਖਣ ਤੇ ਪੜ੍ਹਨ ਦੀ ਜਿਹੜੀ ਸ਼ਕਤੀ ਸੀ, ਸਮਰੱਥਾ ਸੀ, ਉਹ ਵੀ ਗਵਾਚ ਗਈ। ਨਾ ਦੇਖ ਸਕਦੇ ਸੀ, ਨਾ ਲਿਖ ਸਕਦੇ ਸੀ, ਨਾ ਪੜ੍ਹ ਸਕਦੇ ਸੀ। ਅਜਿਹੀ ਬਿਮਾਰੀ ਨੇ ਉਹਨਾਂ ਨੂੰ ਘੇਰ ਲਿਆ। ਲੇਕਿਨ ਮਾਪਿਆਂ ਦਾ ਹੌਸਲਾ ਤੇ ਖੁਦ ਸਮਿਕ ਜੈਨ ਦੀ ਜਿਹੜੀ ਇੱਛਾ ਸ਼ਕਤੀ ਸੀ ਉਹ ਇੰਨੀ ਮਜ਼ਬੂਤ ਸੀ, ਉਹ ਕੁਝ ਕਰਨਾ ਚਾਹੁੰਦੇ ਸੀ। ਇੰਨੀ ਮਿਹਨਤ ਕੀਤੀ, ਇੰਨੀ ਹਿੰਮਤ ਸੀ, ਇੰਨਾ ਜੋਸ਼ ਸੀ, ਉਹ ਕਰ ਦਿਖਾਇਆ ਜਿਹੜੇ ਲੋਕ ਨਹੀਂ ਕਰ ਦਿਖਾਉਂਦੇ, ਚਾਹੇ ਉਹਨਾਂ ਕੋਲ ਅੱਖਾਂ ਦੀ ਰੋਸ਼ਨੀ ਹੋ ਜਾਂ ਨਾ ਹੋ। ਪਰ ਸਮਿਕ ਜੈਨ ਨੇ ਇਹ ਸਾਰੀਆਂ ਜਿਹੜੀਆਂ ਧਾਰਨਾਵਾਂ ਸੀ ਉਹਨੂੰ ਪਾਸੇ ਸੁੱਟਦੇ ਹੋਏ ਉਹ ਮੰਜ਼ਿਲ, ਉਹ ਮੁਕਾਮ ਹਾਸਲ ਕਰ ਲਿਆ। ਜਿਹੜੇ ਹਰ ਸਾਲ 10 ਲੱਖ ਦੇ ਕਰੀਬ ਬੱਚੇ IAS ਜਾਂ IPS ਬਣਨ ਦਾ ਸੁਪਨਾ ਲੈਂਦੇ ਨੇ, ਉਹਨਾਂ ਵਿੱਚੋਂ ਇੱਕ ਸੀ ਸਮਿਕ ਜੈਨ। ਚਾਹੇ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ, ਫਿਰ ਵੀ ਉਹਨਾਂ ਨੇ ਉਸ ਮੰਜ਼ਿਲ ਨੂੰ ਹਾਸਲ ਕੀਤਾ। ਔਰ 12ਵੀਂ ਜਮਾਤ ਤੋਂ ਬਾਅਦ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਤੋਂ BA ਇੰਗਲਿਸ਼ ਆਨਰ ਦੇ ਵਿੱਚ ਕੀਤੀ ਹੈਗੀ ਔਰ ਫਿਰ ਦੇਸ਼ ਦੇ ਸਭ ਤੋਂ ਬਿਹਤਰੀਨ ਪੱਤਰਕਾਰੀ ਦਾ ਜਿੱਥੇ ਕੋਰਸ ਕਰਵਾਇਆ ਜਾਂਦਾ IIMC ਦਿੱਲੀ, ਉੱਥੋਂ ਉਹਨਾਂ ਨੇ ਪੱਤਰਕਾਰੀ ਦਾ ਡਿਪਲੋਮਾ ਕੀਤਾ, ਫਿਰ ਡਿਗਰੀ ਕੀਤੀ, ਫਿਰ ਦੇਸ਼ ਦੀ ਬਿਹਤਰੀਨ ਯੂਨੀਵਰਸਿਟੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਉਹਨਾਂ ਨੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਮਾਸਟਰ ਡਿਗਰੀ ਹਾਸਲ ਕੀਤੀ ਹੈਗੀ ਤੇ ਫਿਰ ਸਿਵਲ ਸਰਵਿਸ ਦੀ ਤਿਆਰੀ ਕੀਤੀ। ਅਗਰ ਇਹਨਾਂ ਦੀ ਗੱਲ ਕੀਤੀ ਜਾਵੇ ਸਮਿਕ ਜੈਨ ਦੀ, ਤੇ ਇਹਨਾਂ ਦੇ ਮਾਤਾ ਪਿਤਾ ਦੋਨੇ 에ਅਰ ਇੰਡੀਆ ਵਿੱਚ ਕੰਮ ਕਰਦੇ ਹੈਗੇ ਨੇ। ਪਿਤਾ ਪੈਰਿਸ ਦੇ ਵਿੱਚ ਤੈਨਾਤ ਨੇ, ਜਦ ਕਿ ਮਾਤਾ ਉਹਨਾਂ ਦੀ ਸਮਿਕ ਜੈਨ ਦੇ ਨਾਲ ਹੀ ਰਹਿੰਦੇ ਹੈਗੇ ਨੇ। ਹਾਲਾਂਕਿ ਇਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਵੀ ਮੇਰੇ ਨਾਲ ਪੈਰਿਸ ਆ ਸਕਦੇ ਹੋ, ਲੇਕਿਨ ਸਮਿਕ ਜੈਨ ਕੁਝ ਕਰਨਾ ਚਾਹੁੰਦੇ ਸੀ। ਉਹ ਭਾਰਤ ਵਿੱਚ ਹੀ ਰਹਿ ਕੇ IAS ਬਣਨਾ ਚਾਹੁੰਦੇ ਸੀ ਤੇ ਉਹ ਉਹਨਾਂ ਨੇ ਆਪਣਾ ਸੁਪਨਾ ਜਾਂ ਜਿਹੜਾ ਮੰਜ਼ਿਲ ਜਾਂ ਸੋਚ ਕੇ ਰੱਖਿਆ ਸੀ ਟੀਚਾ, ਉਹਨੂੰ ਪਾਰ ਕੀਤਾ ਗਾ ਤੇ ਇਸ ਟਾਈਮ ਉਹ IAS ਆਫਿਸਰ ਬਣ ਚੁੱਕੇ ਨੇ। ਸਮਿਕ ਜੈਨ ਨੇ ਜਿਹੜੀ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ UPSC ਦੀ ਤਿਆਰੀ ਵਾਸਤੇ, ਉਹ 2020 ਵਿੱਚ ਸ਼ੁਰੂ ਕੀਤੀ ਜਦੋਂ ਦੇਸ਼ ਦੇ ਵਿੱਚ COVID-19 ਚੱਲ ਰਿਹਾ ਸੀ ਤੇ ਲੋਕਡਾਊਨ ਪੂਰੀ ਤਰ੍ਹਾਂ ਸੀ ਲੱਗਾ ਹੋਇਆ। ਘਰ ਦੇ ਵਿੱਚ ਹੋਰ ਕੋਈ ਹੈ ਨਹੀਂ ਸੀ ਹੱਲ, ਤੇ ਘਰ ਦੇ ਵਿੱਚ ਹੀ ਉਹਨਾਂ ਨੇ ਤਿਆਰੀ ਕੀਤੀ, ਨਾ ਉਹਨਾਂ ਨੇ ਕੋਈ ਇੰਸਟੀਚਿਊਟ ਜੁਆਇਨ ਕੀਤਾ ਹੈਗਾ। ਲੇਕਿਨ ਸਾਲ 2020 'ਚ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ, ਪਹਿਲੀ ਦਫਾ ਜਿਹੜਾ ਟੈਸਟ ਦਿੱਤਾ ਸੀ, ਚਾਹੇ ਉਹਦੇ 'ਚ ਪਾਸ ਨਹੀਂ ਹੋ ਸਕੇ, ਲੇਕਿਨ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹਨਾਂ ਨੂੰ ਆਪਣੇ ਆਪ 'ਤੇ ਪੂਰਨ ਭਰੋਸਾ ਸੀ, ਵਿਸ਼ਵਾਸ ਸੀ, ਹਿੰਮਤ ਸੀ, ਜੋਸ਼ ਸੀ, ਜਜ਼ਬਾ ਸੀ। ਇਸ ਕਰਕੇ ਉਹਨਾਂ ਨੇ ਫਿਰ ਅਗਲੇ ਸਾਲ ਉਸੇ ਲਗਨ ਤੇ ਮਿਹਨਤ ਦੇ ਨਾਲ ਤਿਆਰੀ ਕੀਤੀ, ਟੈਸਟ ਦਿੱਤਾ ਤੇ ਦੇਸ਼ ਵਿੱਚ ਜਦੋਂ ਰਿਜ਼ਲਟ ਆਇਆ UPSC ਦਾ, ਤੇ ਸਮਿਕ ਜੈਨ ਦਾ ਜਿਹੜਾ ਨੰਬਰ ਸੀ, ਰੈਂਕ ਸੀ ਹਿੰਦੁਸਤਾਨ ਦੇ ਵਿੱਚ, ਉਹ 7ਵਾਂ ਸੀ। ਤੇ ਪੂਰੇ ਹਿੰਦੁਸਤਾਨ ਦਾ ਸਮਿਕ ਜੈਨ ਇੱਕ ਉਹ ਮਿਸਾਲ ਬਣ ਗਿਆ, ਇੱਕ ਉਹ ਤਾਰਾ ਬਣ ਗਿਆ ਜਿਸ ਤਾਰੇ ਦੀ ਰੋਸ਼ਨੀ ਪੂਰੇ ਹਿੰਦੁਸਤਾਨ ਦੇ ਵਿੱਚ ਮਹਿਕ ਰਹੀ ਆ। ਉਹ ਹਰ ਇੱਕ ਵਾਸਤੇ ਉਹ ਚਾਨਣ ਦਾ ਮਨਾਰਾ ਬਣ ਚੁੱਕਾ ਹੈਗਾ। ਸਮਿਕ ਜੈਨ ਨੇ ਜਿਹੜੀ ਪੜ੍ਹਾਈ ਆਪਣੀ ਕੀਤੀ ਆ ਉਹ ਆਡੀਓ ਫਾਰਮੈਟ ਦੇ ਨਾਲ ਕੀਤੀ। ਆਡੀਓ ਫਾਰਮੈਟ ਦੇ ਨਾਲ ਹੀ ਉਹ ਕਿਤਾਬਾਂ ਉਹਨਾਂ ਨੇ ਪੜ੍ਹੀਆਂ ਨੇ
ਤੇ ਪੇਪਰਾਂ ਦੇ ਵਿੱਚ ਜਦੋਂ 12ਵੀਂ ਦੇ ਜਾਂ ਗ੍ਰੈਜੂਏਸ਼ਨ ਦੇ ਪੇਪਰ ਹੋਏ ਸੀ, ਉਹਨਾਂ ਦੀ ਮਾਂ ਜਿਹੜੀ ਸਹਾਇਕ ਹੁੰਦੀ ਸੀ, ਉਹ ਬੋਲਦੇ ਰਹਿੰਦੇ ਸੀ, ਮਾਂ ਲਿਖਦੀ ਰਹਿੰਦੀ ਹੈਗੀ ਸੀ। ਮਾਂ ਨੇ ਪੂਰੀ ਮਦਦ ਕੀਤੀ ਹੈਗੀ। ਜਦੋਂ UPSC ਦੀ ਤਿਆਰੀ ਕੀਤੀ ਤੇ ਉਹ ਹਰ ਰੋਜ਼ 7-8 ਘੰਟੇ ਪੜ੍ਹਦੇ ਸਨ, ਕਿਉਂਕਿ ਕੁਝ ਕਰਨਾ ਚਾਹੁੰਦੇ ਸੀ, IAS ਬਣਨਾ ਚਾਹੁੰਦੇ ਸੀ। ਇਸ ਕਰਕੇ ਫਿਰ ਤੁਹਾਨੂੰ ਇੰਨੀ ਤੇ ਪੜ੍ਹਾਈ ਕਰਨੀ ਪੈਂਦੀ ਹੈਗੀ ਹੈ। ਸਰੀਰ ਨੂੰ ਇਹਨਾਂ 'ਤੇ ਕਸ਼ਟ ਦੇਣਾ ਹੀ ਪੈਂਦਾ। ਜਿਹੜੇ ਸਰੀਰ ਨੂੰ ਕਸ਼ਟ ਦਿੰਦੇ ਨੇ, ਚਾਹੇ ਕਿਸੇ ਵੀ ਖੇਤਰ ਦੇ ਵਿੱਚ, ਚਾਹੇ ਪੜ੍ਹਾਈ ਦੇ ਖੇਤਰ, ਚਾਹੇ ਸਪੋਰਟਸ ਦੇ ਖੇਤਰ ਦੇ ਵਿੱਚ, ਫਿਰ ਜਿਹੜਾ ਮੰਜ਼ਿਲ ਤਾਂ ਮਿਲ ਹੀ ਜਾਂਦੀ ਹੈਗੀ ਹੈ। ਜਿੰਨਾ ਚਿਰ ਤੁਸੀਂ ਸਰੀਰ ਨੂੰ ਕਸ਼ਟ ਨਹੀਂ ਦਿੰਦੇ, ਤਦ ਤੱਕ ਤੁਸੀਂ ਆਪਣੇ ਸੁਪਨਿਆਂ ਨੂੰ ਵੀ ਪਾਰ ਨਹੀਂ ਕਰ ਸਕਦੇ, ਤੁਸੀਂ ਉੱਡ ਨਹੀਂ ਸਕਦੇ। ਉਡਾਰੀਆਂ ਮਾਰਨ ਵਾਸਤੇ ਤੁਹਾਨੂੰ ਸਰੀਰ ਨੂੰ ਕਸ਼ਟ ਦੇਣਾ ਹੀ ਪੈਂਦਾ ਹੈਗਾ। ਜਦੋਂ UPSC ਦਾ ਪ੍ਰੀਲਿਮਿਨਰੀ ਪੇਪਰ ਹੋਇਆ ਸੀ, ਉਦੋਂ ਉਹਨਾਂ ਦੀ ਮਾਂ ਨੇ ਮਦਦ ਕੀਤੀ ਸੀ ਜਿਹੜਾ ਸਾਰਾ, ਕਿਉਂਕਿ ਉਹਨਾਂ ਨੂੰ ਇੱਕ ਅਟੈਂਡੈਂਟ ਮਿਲਣਾ ਸੀ ਅਤੇ ਬੜਾ ਜਿਹੜਾ ਸਭ ਤੋਂ ਵਿਸ਼ਵਾਸ ਪਾਤਰ ਹੁੰਦਾ, ਤੁਸੀਂ ਉਹਦੀ ਹੀ ਮਦਦ ਲੈ ਸਕਦੇ ਹੋ। ਅਤੇ ਮਾਂ ਨੇ ਮਦਦ ਕੀਤੀ। ਜਦੋਂ ਮੇਨ ਪ੍ਰੀਲਿਮਿਨਰੀ ਪਾਸ ਕਰਤੀ, ਉਸ ਤੋਂ ਬਾਅਦ ਮੇਨ ਟੈਸਟ ਹੋਇਆ ਅਤੇ ਮੇਨ ਦੇ ਵਿੱਚ ਉਹਨਾਂ ਦੀ ਦੋਸਤ ਨੇ ਮਦਦ ਕੀਤੀ ਹੈਗੀ। ਅਤੇ ਮਾਂ ਦੀ ਮਦਦ, ਦੋਸਤ ਦੀ ਮਦਦ, ਉਸ ਮਦਦ ਦੇ ਤਹਿਤ ਅਤੇ ਉਹ ਫਿਰ ਸਮਿਕ ਜੈਨ ਦੀ ਹਿੰਮਤ ਅਤੇ ਲਗਨ, ਉਹ ਫਿਰ ਟੀਚਾ ਹਾਸਲ ਕਰ ਗਏ। ਜਿਹੜੇ ਅਜਿਹੇ ਬੱਚੇ ਹੁੰਦੇ ਨੇ, ਸਪੈਸ਼ਲ ਬੱਚੇ ਜਿਨ੍ਹਾਂ ਨੂੰ ਕਿਹਾ ਜਾਂਦਾ ਨੇਤਰਹੀਨ ਬੱਚੇ, ਉਹਨਾਂ ਵਾਸਤੇ ਸਰਕਾਰ ਨੇ ਜਿਹੜੀ ਕੈਟਾਗਰੀ ਰੱਖੀ ਆ PWD, ਉਸੇ ਤਹਿਤ ਹੀ ਇਹਨਾਂ ਨੂੰ ਫਿਰ ਇੱਕ ਅਟੈਂਡੈਂਟ ਦਿੱਤਾ ਜਾਂਦਾ ਹੈਗਾ। ਅਸੀਂ ਕੱਲ੍ਹ ਵੀ ਜਿਹੜੀ ਪ੍ਰੰਜਲ ਪਾਟਿਲ ਦੀ ਕਹਾਣੀ ਦੱਸੀ, ਉਹ ਹਿੰਦੁਸਤਾਨ ਦੀ ਪਹਿਲੀ ਨੇਤਰਹੀਨ IAS ਆਫਿਸਰ ਬਣੀ, ਜਿਹੜੀ ਇਸ ਟਾਈਮ ਕੇਰਲਾ ਦੇ ਵਿੱਚ ਨੇ। ਅਤੇ ਹੁਣ ਸਮਿਕ ਜੈਨ ਨੇ IAS ਜਿਹੜੀ ਟ੍ਰੇਨਿੰਗ ਆ ਉਹ ਕਰ ਰਹੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਡਰ ਅਲਾਟ ਹੋਇਆ, ਉਹ UT ਕਾਡਰ ਅਲਾਟ ਹੋਇਆ। ਵੈਸੇ ਦਿੱਲੀ ਦੇ ਨੇ, ਉਹ UT ਕਾਡਰ ਦੇ ਵਿੱਚ ਉਹਨਾਂ ਨੂੰ ਦਿੱਲੀ ਵੀ ਸਰਵਿਸ ਮਿਲ ਸਕਦੀ ਹੈ, ਚੰਡੀਗੜ੍ਹ ਵੀ ਮਿਲ ਸਕਦੀ ਹੈ, ਜਾਂ ਜਿਹੜੀਆਂ ਦੇਸ਼ ਦੇ ਜਿਹੜੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਆ, ਉੱਥੇ ਉਹਨਾਂ ਨੂੰ ਸੇਵਾਵਾਂ ਟ੍ਰੇਨਿੰਗ ਤੋਂ ਬਾਅਦ ਦਿੱਤੀਆਂ ਜਾਣਗੀਆਂ। UT ਕਾਡਰ ਅਲਾਟ ਕੀਤਾ ਗਿਆ ਭਾਰਤ ਸਰਕਾਰ ਵੱਲੋਂ। ਔਰ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ IAS ਜਾਂ IPS ਜਾਂ UPSC ਦੀ ਤਿਆਰੀ ਕਰਦੇ, ਸਿਵਲ ਸਰਵਿਸ ਤਿਆਰੀ ਕਰਦੇ ਹੈਗੇ, ਉਦੋਂ ਖਾਸ ਕਰਕੇ ਜਿਹੜੇ ਸਪੈਸ਼ਲ ਬੱਚੇ ਹੁੰਦੇ, ਉਮੀਦਵਾਰ ਜਿਹੜੇ ਨੇਤਰਹੀਨ ਹੋਵੇ, ਉਹਨਾਂ ਨੂੰ ਮੈਡੀਕਲ ਤੌਰ 'ਤੇ ਫਿੱਟ ਨਹੀਂ ਸੀ ਗਿਣਿਆ ਜਾਂਦਾ ਹੈਗਾ। ਪਰ ਕੇਸ ਜਾਂਦਾ ਸੁਪਰੀਮ ਕੋਰਟ 'ਚ, ਸੁਪਰੀਮ ਕੋਰਟ ਇਹਨਾਂ ਨੂੰ ਫਿੱਟ ਡਿਕਲੇਅਰ ਕਰ ਦਿੰਦੀ ਹੈਗੀ ਆ। ਉਸ ਤੋਂ ਬਾਅਦ ਦੇਸ਼ ਦੇ ਵਿੱਚ ਜਿਹੜੇ ਨੇਤਰਹੀਨ ਹੁੰਦੇ ਨੇ, ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੁੰਦੀ, ਉਹ ਜਦੋਂ UPSC ਕਲੀਅਰ ਕਰਦੇ ਨੇ ਤਾਂ ਪੂਰੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਅੱਖਾਂ ਤੋਂ ਨਹੀਂ ਦੇਖ ਸਕਦੇ, ਜਿਹੜੇ ਨੇਤਰਹੀਨ ਆ, ਉਹਨਾਂ ਵਾਸਤੇ ਨਹੀਂ, ਬਾਕੀ ਵੀ ਕਹਿ ਸਕਦੇ ਸਮਾਜ ਵਾਸਤੇ ਕੋਈ ਚਾਨਣ ਮਨਾਰਾ ਬਣ ਕੇ ਇੱਕ ਵੱਖਰੀ ਮਿਸਾਲ ਪੈਦਾ ਕਰਦੇ ਨੇ। ਉਹਨਾਂ ਵਿੱਚੋਂ ਚਾਹੇ ਪ੍ਰੰਜਲ ਪਾਟਿਲ ਹੋਵੇ ਜਾਂ ਫਿਰ ਸਮਿਕ ਜੈਨ। ਹੁਣ ਜਦੋਂ ਇਹ ਪੂਰੀ ਟ੍ਰੇਨਿੰਗ ਕਰ ਲੈਣਗੇ, ਇਹਨਾਂ ਨੂੰ UT ਕਾਡਰ 'ਤੇ ਅਲਾਟ ਕਰ ਹੀ ਦਿੱਤਾ ਗਿਆ, ਅਤੇ ਇਹ ਆਪਣਾ ਜਿਹੜਾ ਅਟੈਂਡੈਂਟ ਪੱਕੇ ਤੌਰ 'ਤੇ ਰੱਖ ਸਕਦੇ ਨੇ, ਕਿਉਂਕਿ ਭਾਰਤ ਸਰਕਾਰ ਨੇ ਕਿਹਾ ਹੋਇਆ ਸੁਪਰੀਮ ਕੋਰਟ ਦੀ ਗਾਈਡਲਾਈਨ ਤੋਂ ਬਾਅਦ। ਉਹ ਵੀ ਜਿਹੜਾ ਪੱਕਾ ਅਟੈਂਡੈਂਟ ਹੋਊਗਾ, ਸਹਾਇਕ ਹੋਊਗਾ, ਉਹ ਵੀ ਇਹਨਾਂ ਦਾ ਹੱਦੋਂ ਵੱਧ ਜਿਹੜਾ ਵਿਸ਼ਵਾਸ ਪਾਤਰ ਹੋਊਗਾ, ਉਹੀ ਬਣ ਸਕਦਾ ਹੈਗਾ। ਜਿਸ 'ਤੇ ਸਮਿਕ ਜੈਨ ਕਹਿਣਗੇ, ਉਹੀ ਉਹਨਾਂ ਦੀ ਨਿਯੁਕਤੀ ਹੋਏਗੀ। ਕਿਉਂਕਿ IAS ਬਣਨਾ, ਤੁਸੀਂ ਸਟਾਰਟਿੰਗ ਦੇ ਵਿੱਚ SDM, ਫਿਰ ADC, ਫਿਰ ਡਿਪਟੀ ਕਮਿਸ਼ਨਰ, ਉਸ ਤੋਂ ਬਾਅਦ ਤੁਸੀਂ ਸਪੈਸ਼ਲ ਸੈਕਟਰੀ, ਫਿਰ ਜੁਆਇੰਟ ਸੈਕਟਰੀ, ਪ੍ਰਿੰਸੀਪਲ ਸੈਕਟਰੀ, ਵੱਡੇ ਵੱਡੇ ਅਹੁਦਿਆਂ 'ਤੇ ਤਰੱਕੀ ਮਿਲਦੀ ਜਾਣੀ ਹੈਗੀ ਹੈ। ਲੇਕਿਨ ਸਾਰੀ ਉਮਰ ਤੁਹਾਨੂੰ ਇੱਕ ਸਹਾਇਕ ਪੱਕਾ ਚਾਹੀਦਾ, ਜਿਹੜਾ ਤੁਹਾਨੂੰ ਫਾਈਲਾਂ ਪੜ੍ਹ ਕੇ ਦੱਸ ਸਕਦਾ ਹੈਗਾ, ਨੋਟਿੰਗ ਕਰ ਸਕਦਾ ਹੈਗਾ, ਤੁਹਾਨੂੰ ਆਪਣੇ ਆਪ 'ਚ ਅਹਿਸਾਸ ਵੀ ਹੋਊਗਾ, ਵਿਸ਼ਵਾਸ ਵੀ ਹੋਊਗਾ ਕਿ ਜੋ ਉਹਨੇ ਪੜ੍ਹ ਕੇ ਸੁਣਾਇਆ ਉਹ ਸਹੀ ਹੋਊਗਾ, ਜੋ ਮੈਂ ਉਸ 'ਤੇ ਸਿਗਨੇਚਰ ਕੀਤੇ ਉਹ ਬਿਲਕੁਲ ਸਹੀ ਹੋਊਗਾ। ਜ਼ਿੰਮੇਵਾਰੀ ਦੋਨਾਂ ਦੀ ਵੱਧ ਜਾਂਦੀ, ਲੇਕਿਨ ਉਹ ਇੱਕ ਬਾਅਦ ਦੀ ਗੱਲ ਹੈ। ਲੇਕਿਨ ਇਹ ਵਾਲਾ ਟੈਸਟ, ਜਿੱਥੇ ਹਿੰਦੁਸਤਾਨ ਦਾ 10 ਲੱਖ ਦੇ ਕਰੀਬ ਬੱਚਾ ਹਰ ਸਾਲ UPSC ਦੀ ਤਿਆਰੀ ਕਰਦਾ, ਫਿਰ ਉਹ ਟੈਸਟ ਦਿੰਦਾ, ਪਹਿਲਾਂ ਪ੍ਰੀਲਿਮਿਨਰੀ ਹੁੰਦਾ, ਉਹ ਪਾਸ ਕਰਦੇ ਨੇ, ਫਿਰ ਮੇਨਸ ਹੁੰਦਾ, ਉਹ ਪਾਸ ਕਰਦੇ, ਫਿਰ ਇੰਟਰਵਿਊ ਹੁੰਦੀ ਆ, ਫਿਰ ਮੇਨਸ ਅਤੇ ਇੰਟਰਵਿਊ ਦੇ ਨੰਬਰ ਜੁੜ ਕੇ ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਹਿੰਦੁਸਤਾਨ ਜਦੋਂ ਰੈਂਕ, ਕਿਹੜੇ ਰੈਂਕ 'ਤੇ ਆਉਂਦੇ, ਪਹਿਲੇ 7ਵੇਂ, ਜਿਵੇਂ ਸਮਿਕ ਜੈਨ 7ਵੇਂ ਰੈਂਕ 'ਤੇ ਆਇਆ ਗਾ। ਇੱਕ ਬਹੁਤ ਹੀ ਟਫ, ਬੜੀ ਮੁਸ਼ਕਲ, ਇੱਕ ਉਹ ਟੈਸਟ ਆ ਜਿਹੜਾ ਹਰ ਹੀ ਸਾਰੀ ਪਾਸ ਨਹੀਂ ਕਰ ਸਕਦਾ। ਲੇਕਿਨ ਸਮਿਕ ਜੈਨ ਨੇ ਉਹ ਟੈਸਟ UPSC ਦਾ, ਸਿਵਲ ਸਰਵਿਸ ਦਾ ਪਾਸ ਕਰਕੇ ਦੇਸ਼ ਵਾਸਤੇ ਇੱਕ ਮਿਸਾਲ ਬਣਿਆ ਹੈਗਾ। ਉਮੀਦ ਕਰਦੇ ਹਾਂ ਕਿ ਸਮਿਕ ਜੈਨ ਦੀ ਜਿਹੜੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ, ਉਹ ਤੁਹਾਨੂੰ ਜ਼ਰੂਰ ਪਸੰਦ ਆਏਗੀ। ਔਰ ਭਲਕੇ ਇੱਕ ਹੋਰ ਅਜਿਹੀ ਨੇਤਰਹੀਨ ਨੌਜਵਾਨ ਦੀ ਕਹਾਣੀ ਦੱਸਾਂਗੇ। ਉਹ ਕਿੱਥੋਂ ਦੇ ਰਹਿਣ ਵਾਲੇ ਨੇ, ਇਸ ਸਮੇਂ ਉਹ ਕਿਹੜੇ ਸਟੇਟ ਦੇ ਵਿੱਚ ਬਤੌਰ ਅਫਸਰ ਕੰਮ ਕਰ ਰਹੇ ਨੇ, ਕਿਵੇਂ IAS ਬਣੇ ਨੇ। ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।